मैं बस बहुत ज़्यादा शुक्रगुजार हाँ और कोशिश करूँगी कि 2020 च भी मैं मेहनत करा ते कुछ बेटर करा। दिल दे करीब जिहड़ी मैं एक कहानी ते जिच आई थिंक ऑलमोस्ट 8 to 9 मंथ्स ते काम कर रही हाँ, वो हले भी ऑन प्रोसेस है। ओदे विच वो हले तक एक्सप्लोर नहीं होया, जॉनर वो स्टाइल एक्सप्लोर नहीं होया, वो नहीं होया। शौक है जिद्दां जट्टां नूं शौक ही हुंदा हथियारां दा, कुड़ियां नूं मुटियारां नूं शौक हुंदा कपड़ियां दा। बट मैं 100 रुपए दी भी चीज़ पा लैंदी हाँ, सोहनी देखण च सोहनी लगनी चाहिदी आ। इन्नी भी नहीं सी लग्जरी हुंदी कि असीं ऑटो ते ट्रैवल करिए। आई हैड वेरी लिमिटेड पॉकेट मनी। सत श्री अकाल जी, मैं हाँ भवनीत कौशल, तुसीं वेख रहे हो एबीपी ਸਾਂਝਾ ਤੇ ਅੱਜ ਮੇਰੇ ਨਾਲ ਇੱਕ ਐਸੀ ਕੁੜੀ ਮੌਜੂਦ ਹੈ ਜਿਸਨੇ ਸਾਲ 2019 ਦੇ ਵਿੱਚ ਨੇਰੀਆਂ ਲਿਆਤੀਆਂ ਸੀ। 3 ਸੁਪਰ ਹਿੱਟ ਫਿਲਮਾਂ, ਸਾਲ 2020 ਹੁਣ ਚੜ ਚੁੱਕਾ ਹੈ, ਰਾਈਟ? ਵੈਲਕਮ ਸੋਨਮ ਬਾਜਵਾ, ਵੈਲਕਮ ਟੂ एबीपी ਐਂਡ ਵੈਲਕਮ ਟੂ 2020। ਯੈਸ, ਹੈਪੀ ਨਿਊ ਈਅਰ एवरीबॉडी। ਕੀ ਹਾਲ ਚਾਲ ਨੇ? ਬਹੁਤ ਵਧੀਆ। ਸਾਲ 2019 ਮੈਂ ਇਹ ਕਹਿ ਸਕਦਾ ਕਿ ਗੇਮ ਚੇਂਜਰ ਰਿਹਾ, ਸਪੈਸ਼ਲੀ ਸੋਨਮ ਬਾਜਵਾ ਦੇ ਲਈ, ਕਿਉਂਕਿ 3 ਫਿਲਮਾਂ ਜਿਹੜੀਆਂ ਸੁਪਰ ਹਿੱਟ ਰਹੀਆਂ ਤੁਹਾਡੀਆਂ, ਜਿਨ੍ਹਾਂ ਵਿੱਚੋਂ ਇੱਕ ਮੁਕਲਾਵਾ, ਗੁੱਡੀਆਂ ਪਟੋਲੇ ਤੇ ਅੜਬ ਮੁਟਿਆਰਾ, ਜਿਹੜੀਆਂ ਕਹਿੰਦਾ ਬਹੁਤ ਅੱਛਾ ਕੰਮ ਕਰਕੇ ਗਈਆਂ ਬਾਕਸ ਆਫਿਸ ਦੇ ਉੱਤੇ, ਤੇ 2 ਫਿਲਮਾਂ ਵਿਮਨ ਓਰੀਐਂਟਡ ਸੀਗੀਆਂ, ਹੈ ਨਾ? ਹਾਊ ਆਰ ਯੂ ਫੀਲਿੰਗ? ਕਿਹੋ ਜਿਹਾ ਲੱਗ ਰਿਹਾ ਹੁਣ? I'm feeling very good. I'm just very grateful to God ਤੇ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਮੇਰੇ ਫੈਨਸ, ਆਡੀਅੰਸਸ ਦਾ, ਜਿਨ੍ਹਾਂ ਨੇ ਇੱਕ ਵੱਖਰੀ ਚੀਜ਼ ਵੱਖਰੇ ਸਿਨੇਮਾ ਨੂੰ ਵੈਲਕਮ ਕੀਤਾ। ਦੈਟ ਇਜ਼ ਇੱਦਾਂ ਦੀ ਕਹਾਣੀਆਂ ਜੋ ਕੁੜੀਆਂ ਦੇ ਆਲੇ ਦੁਆਲੇ ਘੁੰਮਦੀਆਂ ਆ, ਜਿਹਦੇ ਵਿੱਚ ਕੁੜੀਆਂ ਨੇ ਕਮਾਂਡ ਲਈ ਐਂਡ ਵਰ ਦ ਹੀਰੋਜ਼। ਸੋ ਮੈਂ ਬਸ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਔਰ ਕੋਸ਼ਿਸ਼ ਕਰੂੰਗੀ ਕਿ 2020 ਚ ਵੀ ਮੈਂ ਮਿਹਨਤ ਕਰਾਂ ਤੇ ਕੁਛ ਬੈਟਰ ਕਰਾਂ। ਬਿਲਕੁਲ। ਤੇ ਸਾਲ 2019 ਦੇ ਵਿੱਚ ਜਦ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ, ਤਦ ਤੁਸੀਂ ਕਿਹਾ ਸੀ ਕਿ ਕਿਤਨਾ ਕਿਤੇ ਜਿਹੜੇ ਹੁਣ ਦੇ ਡਿਸੀਜਨ ਹੋਣਗੇ ਉਹ ਪੂਰੇ 2020 ਦੇ ਉੱਤੇ ਜਿਹੜੇ ਰਿਫਲੈਕਟ ਕਰਨਗੇ ਕਿਤਨਾ ਕਿਤੇ, ਕਿਉਂਕਿ ਜਦ ਤੁਹਾਡੀਆਂ ਉਹ ਫਿਲਮਾਂ ਹਿੱਟ ਹੋ ਰਹੀਆਂ ਸੀ ਤਦ ਸਾਰੇ ਦੇਖ ਰਹੇ ਸੀ ਕਿ ਹੁਣ ਸੋਨਮ ਅੱਗੇ ਚੂਜ਼ ਕੀ ਕਰੇਗੀ, ਰਾਈਟ? ਤਾਂ ਉਹ ਡਿਸੀਜਨਸ ਹੁਣ ਤੱਕ ਕਿੰਨੇ ਕੁ ਵਧੀਆ ਚੱਲ ਰਹੇ ਨੇ? ਜੀ ਇੱਕ ਅੱਧਾ ਡਿਸੀਜਨ ਤਾਂ ਲਿਆ ਗਿਆ ਹੈਗਾ ਆ, ਐਂਡ ਦੂਜਾ ਜਿਹੜਾ ਮੇਰਾ ਬਹੁਤ ਦਿਲ ਦੇ ਕਰੀਬ ਜਿਹੜੀ ਮੈਂ ਇੱਕ ਕਹਾਣੀ ਤੇ ਜਿਸ ਆਈ ਥਿੰਕ ਆਲਮੋਸਟ 8 to 9 ਮੰਥਸ ਤੇ ਕੰਮ ਕਰ ਰਹੀ ਹਾਂ, ਉਹ ਹਲੇ ਵੀ ਔਨ ਪ੍ਰੋਸੈਸ ਆ, ਕਿਉਂਕਿ ਉਹਦੀ ਕਾਸਟਿੰਗ, ਉਹਦੀ ਸਕ੍ਰਿਪਟ, ਉਹਦਾ ਮਿਊਜ਼ਿਕ, ਐਵਰੀਥਿੰਗ, ਹਰ ਚੀਜ਼ 'ਚ ਮੈਂ ਇਨਵੋਲਵ ਹਾਂ। ਉਹ ਮੇਰੀ ਹੀ ਸਕ੍ਰਿਪਟ, ਆਈ ਓਨ ਦੈਟ ਸਕ੍ਰਿਪਟ। ਸੋ ਉਹਦੇ ਤੇ ਮਿਹਨਤ ਚੱਲ ਰਹੀ ਆ, ਉਹਦਾ ਦੇਖਣਾ ਆ ਕਿ ਕੀ ਕਰਨਾ ਆ ਔਰ ਕਦੋਂ ਤੋਂ ਸਟਾਰਟ ਕਰਨੀ ਆ, ਬਿਕੋਜ਼ ਉਹਦੇ ਲਈ ਕਾਫੀ ਪ੍ਰੈਪਰੇਸ਼ਨ ਦੀ ਜ਼ਰੂਰਤ ਹੈ। ਸੋ ਉਹ ਦੇਖਦੇ ਆ। ਬਾਕੀ ਹਲੇ ਤਾਂ ਸ਼ੁਰੂਆਤ ਆ, ਦੇਖਦੇ ਆ ਕੀ ਸੁਪਨੇ, ਕੀ ਪਲਾਨਸ ਜਿਹੜੇ ਆ 2020 ਲਈ ਪੂਰੇ ਹੁੰਦੇ ਆ, ਬਟ ਕੋਸ਼ਿਸ਼ ਪੂਰੀ ਜ਼ੋਰੋ ਸ਼ੋਰੋ ਨਾਲ ਚੱਲ ਰਹੀ ਆ ਓਨੈਸਟਲੀ। ਕੀ ਬਾਤ ਹੈ। ਵੈਸੇ ਸਾਲ ਦੀ ਸ਼ੁਰੂਆਤ ਜਿੰਦੇ ਮੇਰੀ ਨਾਲ ਹੋ ਰਹੀ ਹੈ ਨਾ, ਜਿਹੜੀ ਫਿਲਮ ਨੇ ਪਹਿਲਾਂ ਮੇਰੇ ਖਿਆਲ ਨਾਲ 2019 ਦੇ ਵਿੱਚ ਰਿਲੀਜ਼ ਹੋਣਾ ਸੀ, ਲੇਕਿਨ ਕਿਤਨਾ ਕਿਤੇ ਕਹਿੰਦੇ ਨਾ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਆ, ਹੈ ਨਾ? ਤੇ ਔਰ ਤੁਸੀਂ ਵੀ ਚਾਹੁੰਦੇ ਸੀ ਕਿ ਗੈਪ ਆਵੇ ਕਿਉਂਕਿ ਦੋਨੋਂ ਸੇਮ ਜੋੜੀ ਸੀਗੀ। ਤੇ ਹਾਊ ਆਰ ਯੂ ਫੀਲਿੰਗ? ਕਿਉਂਕਿ ਟ੍ਰੇਲਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਆਈ ਐਮ ਫੀਲਿੰਗ ਵੈਰੀ ਗੁੱਡ ਐਂਡ you said it very correctly ਕਿ ਇੱਕ ਤਾਂ ਅੜਬ ਮੁਟਿਆਰਾਂ ਦੀ ਰਿਲੀਜ਼ ਡੇਟ ਚੇਂਜ ਹੋਈ, ਫਿਰ ਆਪਾਂ ਨੂੰ ਇਹਦੀ ਵੀ ਕਰਨੀ ਪਈ। ਸੋ ਆਈ ਥਿੰਕ ਹਰ ਚੀਜ਼ ਸਹੀ ਕਾਰਨ ਸਹੀ ਲਈ ਹੁੰਦੀ ਆ। ਸੋ ਸਾਲ ਦੀ ਸ਼ੁਰੂਆਤ ਰੋਮਾਂਸ ਦੇ ਨਾਲ, ਡਰਾਮਾ ਦੇ ਨਾਲ ਹੋਣ ਜਾ ਰਹੀ ਆ, ਔਰ ਮੈਂ ਬਹੁਤ ਥੈਂਕ ਯੂ ਕਰਨਾ ਚਾਹੂੰਗੀ ਆਡੀਅੰਸਸ ਦਾ, ਜਿਨ੍ਹਾਂ ਨੇ ਜਿੰਦੇ ਮੇਰੇ ਦੇ ਟ੍ਰੇਲਰ ਨੂੰ ਇੰਨਾ ਪਸੰਦ ਕੀਤਾ, ਮੋਰ ਦੈਨ ਵੀ ਐਕਚੁਅਲੀ ਐਕਸਪੈਕਟਡ, ਐਂਡ ਮਿਊਜ਼ਿਕ ਨੂੰ ਜੋ ਪਸੰਦ ਕਰ ਰਹੇ ਆ। ਸੋ ਆਈ ਐਮ ਐਕਸਾਈਟਿਡ। ਹੁਣ 4 ਦਿਨ ਰਹਿ ਚੁੱਕੇ ਆ ਫਿਲਮ ਚ ਆਉਣ ਲਈ, ਸੋ ਆਈ ਐਮ ਵੈਰੀ ਐਕਸਾਈਟਿਡ। ਬਿਲਕੁਲ। ਤੇ ਖਾਸ ਕਰਕੇ ਜਿਹੜੀ ਡਰਾਮਾ ਫਿਲਮਾਂ ਹੁੰਦੀਆਂ ਨੇ, ਰੋਮਾਂਟਿਕ ਫਿਲਮਾਂ ਹੁੰਦੀਆਂ ਨੇ, ਇਹਦੇ ਵਿੱਚ ਨਾ ਕੁੜੀ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਉਹ ਬਹੁਤ ਇੰਪੋਰਟੈਂਟ ਹੈ। ਪੰਕਜ ਨੇ ਚੰਗਾ ਕੰਮ ਕੀਤਾ ਕਿ ਨਹੀਂ? I really hope he has। ਮੈਂ ਤੁਹਾਨੂੰ ਦੱਸਦਾ ਕਿ ਇਹ ਇੰਟਰਵਿਊ ਪੰਕਜ ਬੱਤਰਾ ਜੀ ਬੈਠ ਕੇ ਸੁਣ ਰਹੇ ਨੇ। ਹਾਂ ਬਿਲਕੁਲ, ਉਹਨਾਂ ਦੀ ਨਿਗਰਾਨੀ ਚ ਹੋ ਰਿਹਾ। ਸਾਰੇ ਡਾਇਰੈਕਟਰ ਸਾਹਿਬ ਪਿੱਛੇ ਬੈਠ ਕੇ ਡਾਇਰੈਕਟ ਕਰ ਰਿਹਾ। ਦੇਖੋ ਕਿੰਨਾ ਵਧੀਆ ਕੀਤਾ, ਇਹਦੀ ਫਾਈਨਲ ਜਿਹੜੀ ਜਜਮੈਂਟ ਹੈ ਨਾ, ਉਹ ਸਿਰਫ ਆਡੀਅנס ਦੇ ਹੱਥ 'ਚ ਹੁੰਦੀ ਆ। ਕਈ ਵਾਰੀ ਡਾਇਰੈਕਟਰ ਨੂੰ ਜਾਂ ਐਕਟਰ ਨੂੰ ਜਿੰਨਾ ਮਰਜ਼ੀ ਲੱਗੀ ਜਾਵੇ, ਜੇ ਆਡੀਅנס ਨੇ ਪਾਸ ਕਰਤਾ ਨਾ, ਉਹ ਹਮੇਸ਼ਾ ਪਾਸ ਹੁੰਦਾ ਆ। ਤੁਹਾਨੂੰ ਪਰਸਨਲੀ ਜਿੱਦਾਂ ਕਈ ਫਿਲਮਾਂ ਜੋ ਮੈਨੂੰ ਨਹੀਂ ਸਮਝ ਆਉਂਦੀਆਂ, ਬਟ ਇਟਸ ਹਿੱਟ, ਜੇ ਆਡੀਅנס ਨੇ ਅਪਰੂਵ ਕੀਤੀ ਹੈ, ਇਟਸ ਅ ਹਿੱਟ। ਸੋ ਆਪਾਂ ਸਾਰੇ ਜਣੇ ਮੈਂ, ਸਾਡੇ ਡਾਇਰੈਕਟਰ, ਸਾਡੇ co-actors, everybody has worked hard, tried to given their best। ਸਾਰਿਆਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ, ਤੇ ਮੈਂ ਉਮੀਦ ਕਰਦੀ ਹਾਂ ਕਿ 24 ਜਨਵਰੀ ਨੂੰ ਜਿੱਦਾਂ ਅਸੀਂ ਮਿਹਨਤ ਕੀਤੀ, ਮਜ਼ਾ ਆਇਆ ਕੰਮ ਕਰਕੇ, ਆਈ ਰੀਅਲੀ ਹੋਪ ਕਿ ਆਡੀਅנס ਵੀ ਇੰਜੋਏ ਕਰੂਗੀ। ਬਿਲਕੁਲ। ਤੇ
ਹੁਣ ਜਦ ਆਪਾਂ ਹਿੱਟ ਫਿਲਮਾਂ ਦੇ ਦਿੰਦੇ ਆ ਹੈਨਾ, ਤਾਂ ਉਸ ਤੋਂ ਬਾਅਦ ਜਿਹੜੀ ਐਕਸਪੈਕਟੇਸ਼ਨਸ ਦੇ ਨਾਲ ਨਾਲ ਰਿਸਪੌਂਸਿਬਿਲਿਟੀ ਵੀ ਵੱਧਦੀ ਹੈ ਕਿ ਆਪਾਂ ਸਿਨੇਮਾ ਨੂੰ ਕਿਵੇਂ ਅੱਗੇ ਲੈ ਕੇ ਜਾਈਏ। ਕਿਉਂਕਿ ਖਾਸ ਤੌਰ ਤੇ ਜਿਸ ਤਰ੍ਹਾਂ ਤੁਸੀਂ ਲਾਸਟ ਟਾਈਮ ਕਿਹਾ ਸੀ ਮੈਂ ਇੱਕ ਫਿਲਮ ਪ੍ਰੋਡਿਊਸ ਵੀ ਕਰਨੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੰਮ ਚੱਲ ਰਿਹਾ ਹੈ, ਤਾਂ ਉਸ ਦੇ ਨਾਲ ਨਾਲ ਸਿਲੈਕਸ਼ਨ ਦੇ ਉੱਤੇ ਜੇ ਆਪਾਂ ਗੱਲ ਕਰੀਏ ਤਾਂ ਕਿੰਨਾ ਕੁ ਜ਼ੋਰ ਹੁਣ ਹੋਰ ਆ ਗਿਆ ਹੈ, ਖਾਸ ਕਰਕੇ ਨਰੇਸ਼ਨਸ ਦੇ ਉੱਤੇ, ਕਿ ਮੈਂ ਕੁਝ ਐਸੇ ਸਬਜੈਕਟਸ ਨੂੰ ਸੁਣਾ ਜਾਂ ਉਹਨਾਂ ਨੂੰ ਕਰਾਂ ਕਿ ਯਾਰ ਜਿਹੜੇ ਇਸ ਸਿਨੇਮਾ ਨੂੰ ਹੁਣ ਬਦਲਣ, ਕਿਉਂਕਿ ਉਹ ਚੀਜ਼ਾਂ ਕਰ ਲਈਆਂ ਸੋਨਮ ਨੇ ਵੀ ਫॉर ਲੌਂਗ ਟਾਈਮ। ਦੇਖੋ ਕੱਲੇ ਤਾਂ ਤੁਸੀਂ ਪੂਰੀ ਰਿਸਪੌਂਸਿਬਿਲਿਟੀ ਨਹੀਂ ਲੈ ਸਕਦੇ ਬਿਕਾਜ਼ ਇਟਸ ਅ ਟੀਮ ਵਰਕ, ਜਦੋਂ ਫਿਲਮ ਵੀ ਬਣਦੀ ਹੈ ਇਟਸ ਅ ਟੀਮ ਵਰਕ। ਲੇਕਿਨ ਪਰਸਨਲੀ ਐਜ਼ ਐਨ ਆਰਟਿਸਟ ਇੱਕ ਆਪਣੀ ਮੈਂ ਚੋਇਸ ਉੱਦਾਂ ਦੀ ਜ਼ਰੂਰ ਰੱਖ ਸਕਦੀ ਹਾਂ ਜਿਹਦੇ ਮੱਦੇਨਜ਼ਰ ਮੈਂ ਕੁਛ ਇੱਦਾਂ ਦਾ ਕੰਮ ਚੂਜ਼ ਕਰਾਂ ਜਿਹਦੇ 'ਚ ਮੈਂ ਫੀਲ ਕਰਦੀ ਹਾਂ ਕਿ ਹਾਂ ਯਾਰ ਇੱਦਾਂ ਦਾ ਮੈਂ ਕੁਛ ਐਟਲੀਸਟ ਸਾਲ 'ਚ ਇੱਕ ਵਾਰੀ ਜ਼ਰੂਰ ਕਰਨਾ ਚਾਹੂੰਗੀ। ਔਰ ਕਈ ਇੱਦਾਂ ਦੇ ਜੌਨਰਸ ਹੈਗੇ ਹਾਲੇ ਤੱਕ ਮੈਨੂੰ ਲੱਗਦਾ ਆ ਜਾਂ ਗੱਲਾਂ ਆ ਜਾਂ ਇਸ਼ੂਜ਼ ਆ ਜਾਂ ਫਿਰ ਇਨਸੀਡੈਂਟਸ ਆ ਜਿਨ੍ਹਾਂ ਦੇ ਉੱਪਰ ਗੱਲ ਕੀਤੀ ਜਾ ਸਕਦੀ ਹੈ, ਫਿਲਮਾਂ ਬਣ ਸਕਦੀਆਂ ਜੋ ਕਿ ਐਂਟਰਟੇਨ ਵੀ ਕਰਨਗੀਆਂ, ਦਿਲ ਨੂੰ ਵੀ ਛੂਹਣਗੀਆਂ। ਆਈ ਥਿੰਕ ਉਹ ਹਲੇ ਵੀ ਰਹਿੰਦਾ ਆ। ਸੋ ਆਪਣੇ ਵੱਲੋਂ ਮੇਰੀ ਤਾਂ ਜਿੰਨੀ ਕੁ ਕੋਸ਼ਿਸ਼ ਹੋ ਸਕਦੀ ਆ ਮੈਂ ਕਰੂੰਗੀ ਤੇ ਆਈ ਥਿੰਕ ਜਿਹੜੀ ਮੈਂ ਫਿਲਮ ਕਰੂੰਗੀ ਉਹਦੇ ਵਿੱਚ ਉਹ ਹਲੇ ਤੱਕ ਐਕਸਪਲੋਰ ਨਹੀਂ ਹੋਇਆ ਜੌਨਰ, ਉਹ ਸਟਾਈਲ ਐਕਸਪਲੋਰ ਨਹੀਂ ਹੋਇਆ, ਉਹ ਨਹੀਂ ਹੋਇਆ। ਸੋ ਬਾਕੀ ਐਜ਼ ਐਨ ਐਕਟਰ ਸਾਡਾ ਕੰਮ ਆ, ਆਈ try to choose things that are close to my heart, ਜਿਹੜੀ ਮੈਂ ਕਰਕੇ ਵੀ ਇੰਜੋਏ ਕਰਾਂ, ਸਿਰਫ ਇਸ ਕਰਕੇ ਨਹੀਂ ਕਰਾਂ ਕਿ ਵੀ ਹੁਣ ਕੰਮ ਕਰਨਾ ਆ, ਓਕੇ ਹੁਣ ਮਹੀਨਾ ਹੋ ਗਿਆ ਆ ਲੈਟਸ ਸ਼ੂਟ ਦਿਸ ਬਿਕਾਜ਼ ਆਹੀ ਆਇਆ ਮੇਰੇ ਕੋਲ। ਸੋ ਕੋਸ਼ਿਸ਼ ਰਹੂਗੀ ਬਟ ਮੈਂ ਆਈ ਥਿੰਕ ਕਿਸੇ ਵੀ ਸਾਲ ਲਈ ਇੰਨੀ ਐਕਸਾਈਟਡ ਨਹੀਂ ਸੀ ਜਿੰਨੀ ਕਿ ਮੈਂ 2020 ਲਈ ਆ। there is so much that is going to happen, amazing things, ਤੇ ਬਸ ਹੁਣ ਦੇਖਦੇ ਆ one after the other। ਬਿਲਕੁਲ, ਤੇ ਸੇਮ ਪੇਅਰਿੰਗ ਹੈ ਨਾ ਬਹੁਤ ਵੱਡਾ ਇਸ਼ੂ ਹੈ ਸਾਡੀ ਪੰਜਾਬੀ ਇੰਡਸਟਰੀ, ਕਿਉਂਕਿ ਨਾ ਬਹੁਤ ਲਿਮਿਟਡ ਐਕਟਰਸ ਨੇ ਹੈ ਨਾ, ਕਿਉਂਕਿ ਜਿਹੜੇ ਪ੍ਰੋਡਿਊਸਰਸ ਨੇ ਉਹ ਵੀ ਉਹਨਾਂ ਤੇ ਪੈਸਾ ਲਾਣਾ ਪਸੰਦ ਕਰਦੇ ਨੇ ਜਿਹਨਾਂ ਨੂੰ ਦਰਸ਼ਕ ਪਸੰਦ ਕਰਦੇ ਨੇ। ਫੋਰ ਐਗਜ਼ਾਮਪਲ ਤੁਹਾਡੀ ਤੇ ਪਰਮੀਸ਼ ਦੀ ਜੋੜੀ ਹੋ ਗਈ, ਉਹਨੂੰ ਆਪਾਂ ਹੁਣ ਦੁਬਾਰਾ ਦੇਖ ਰਹੇ ਹਾਂ ਹੈ ਨਾ, ਤੁਹਾਡੀ ਤੇ ਐਮੀ ਦੀ ਜੋੜੀ ਹੋ ਗਈ, ਅਸੀਂ ਕਈ ਵਾਰ ਦੇਖ ਚੁੱਕੇ ਹਾਂ, ਜਿਹੜੀ ਹਜੇ ਅੱਗੇ ਵੀ ਆ ਰਹੀ ਹੈ। ਡੂ ਯੂ ਆਲਸੋ ਫੀਲ ਸਮ ਟਾਈਮ ਕਿ ਯਾਰ ਇਹ ਚੀਜ਼ ਕਿਤੇ ਨਾ ਕਿਤੇ ਕਈ ਚੰਗੇ ਪ੍ਰੋਜੈਕਟ ਨੂੰ ਵੀ ਥੋੜਾ ਥੱਲੇ ਲਿਆਂਦੀ, ਕਿਉਂਕਿ ਇੱਕ ਨਵਾਂਪਨ ਪੈਰਿੰਗ ਦੇ ਵਿੱਚ ਨਹੀਂ ਹੁੰਦਾ? ਆਈ ਥਿੰਕ ਇਹ ਬਹੁਤ ਡਿਪੈਂਡ ਕਰਦਾ ਕਿ ਕਹਾਣੀ ਕਿੱਦਾਂ ਦੀ ਆ। ਕਦੇ ਕਦੇ ਕਹਾਣੀ 'ਚ ਰਿਕੁਆਇਰਮੈਂਟ ਹੁੰਦੀ ਹੈ ਕਿ ਯਾਰ ਸ਼ਾਇਦ ਲੋਕੀ ਇਸ ਐਕਟਰ ਨੂੰ ਨਾ ਇਸ ਚੀਜ਼ 'ਚ ਇਸ ਕਿਰਦਾਰ 'ਚ ਨਾ ਐਕਸੈਪਟ ਕਰਨ ਤੇ ਫਿਰ ਇੱਦਾਂ ਦਾ ਇੱਦਾਂ ਇਹਨਾਂ ਨੂੰ ਲਓ ਇਹਨੂੰ ਲਓ। ਸੋ ਆਈ ਥਿੰਕ ਦੈਟਸ ਟੋਟਲੀ ਅ ਡਾਇਰੈਕਟਰਸ ਕਾਲ, ਬਟ ਸਮਟਾਈਮਸ ਨਵੀਂ ਜੋੜੀ ਫਰੈਸ਼ਨੈਸ ਵੀ ਲੈ ਕੇ ਆਉਂਦੀ ਆ। ਆਈ ਮੀਨ ਕਦੇ ਨਾ ਕਦੇ ਤੇ ਆਪਾਂ ਸਾਰਿਆਂ ਨੇ ਪਹਿਲੀ ਵਾਰੀ ਇਕੱਠੇ ਕੰਮ ਕੀਤਾ ਆ, ਉਹ ਸਕਸੈਸਫੁਲ ਹੋਇਆ, ਇਸ ਕਰਕੇ ਆਪਾਂ ਅੱਗੇ ਵੀ ਸਾਡੀ ਜਿਹੜੀ ਜੋੜੀ ਹੈਗੀ ਉਹ ਰਿਪੀਟ ਹੋ ਰਹੀ ਆ। ਤਾਂ ਇਟ ਗੋਜ਼ ਹੈਂਡ ਇਨ ਹੈਂਡ ਐਂਡ ਐਟ ਦੀ ਐਂਡ ਆਫ ਦ ਡੇ ਜਿਹੜਾ ਸਭ ਕੁਝ ਜੋ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਉਹ ਹੈਗਾ ਕਿ ਕੰਟੈਂਟ, ਸਕ੍ਰਿਪਟ। ਜੇ ਫਿਲਮ ਵਧੀਆ ਬਣੀ ਆ ਨਾ, ਕੋਈ ਵੀ ਚਾਹੇ ਉਹ ਗੁੱਡ ਲੁਕਿੰਗ ਹੋਣ ਨਾ ਹੋਣ, ਕੀ ਆ ਪਹਿਲੀ ਵਾਰੀ ਕੰਮ ਕੀਤਾ ਦੂਜੀ ਵਾਰੀ ਕੀਤਾ, ਇਟ ਡਜ਼ਨਟ ਮੈਟਰ। ਸੋ ਇਟਸ ਦ ਓਵਰਆਲ ਪ੍ਰੋਜੈਕਟ। ਤੇ ਜੇ ਸਕ੍ਰਿਪਟ ਤੁਹਾਡੀ ਵਧੀਆ ਆ, ਫਿਲਮ ਵਧੀਆ ਬਣੀ ਆ ਮੇਰੇ ਹਿਸਾਬ ਨਾਲ, ਔਰ ਜੇ ਐਕਟਰਸ ਨੇ ਵਧੀਆ ਕੰਮ ਕੀਤਾ, ਆਈ ਥਿੰਕ ਫਰਕ ਹੀ ਨਹੀਂ ਪੈਂਦਾ ਕਿ ਤੁਸੀਂ ਪਹਿਲੀ ਵਾਰੀ ਕੰਮ ਕਰ ਰਹੇ ਹੋ ਜਾਂ ਦੂਜੀ ਵਾਰੀ ਕੰਮ ਕਰ ਰਹੇ ਹੋ, ਆਡੀਅנס ਐਕਸੈਪਟ ਕਰੂਗੀ। ਤੇ ਪਿਛਲਾ ਸਾਲ ਫਰੈਸ਼ਨੈਸ ਨਾਲ ਭਰਿਆ ਰਿਹਾ, ਫਰੈਸ਼ ਪੇਅਰਿੰਗਸ ਆਏ, ਤੁਹਾਡੀ ਗੁਰਨਾਮ ਆਈ, ਪਰਮੀਸ਼ ਨਾਲ ਤੁਹਾਡੀ ਜੋੜੀ ਆਈ ਹੈ ਨਾ, ਬਹੁਤ ਫਰੈਸ਼ਨੈਸ ਸੀਗੀ ਕਿਤਨਾ ਕਿਤੇ। ਉਹ ਵੀ ਨਿੰਜਾ ਦੇ ਨਾਲ ਪਹਿਲੀ ਵਾਰੀ ਕੰਮ ਕੀਤਾ, ਅਜੇ ਦੇ ਨਾਲ ਪਹਿਲੀ ਵਾਰੀ ਕੰਮ ਕੀਤਾ, ਯਾ ਆਈ ਥਿੰਕ ਐਮੀ ਦੇ ਨਾਲ ਹੀ ਸਿਰਫ ਮੈਂ ਕੰਮ ਕੀਤਾ ਜਿਨ੍ਹਾਂ ਨਾਲ ਪਹਿਲਾਂ ਕੀਤਾ ਹੋਇਆ ਸੀ। ਲੇਕਿਨ ਇਸ ਸਾਲ ਰੈਪੂਟੇਸ਼ਨ ਥੋੜਾ ਹੋਏਗਾ ਹੈ ਨਾ, ਕਿਉਂਕਿ ਗੁਰਨਾਮ ਨਾਲ ਵੀ ਫਿਲਮ ਕਰ ਰਹੇ ਹੋ, ਪਰਮੀਸ਼ ਨਾਲ ਪਹਿਲੀ ਜਿੰਦੇ ਮੇਰੀ ਤਾਂ ਹੁਣ ਰਿਲੀਜ਼ ਲਈ ਤਿਆਰ ਹੈ ਨਾ, ਤੇ ਉਸ ਤੋਂ ਬਾਅਦ ਵੀ ਜਿਹੜੀਆਂ ਆ ਰਹੀਆਂ ਨੇ ਤੁਹਾਡੀਆਂ ਸਾਰੀਆਂ ਫਿਲਮਾਂ, ਉਹਦੀ ਜਿਆਦਾ ਕਾਸਟਿੰਗ ਹੋਈ ਨਹੀਂ। ਸੋ ਲੈਟਸ ਸੀ, ਬਟ ਆਈ ਐਮ ਐਕਸਾਈਟਡ ਕਿ ਮੈਂ ਨਵੇਂ ਲੋਕਾਂ ਨਾਲ ਵੀ ਕੰਮ ਕਰਾਂ। ਇੱਕ ਐਕਸਾਈਟਮੈਂਟ ਹੁੰਦਾ ਹੈ। ਤੁਹਾਡਾ ਹੀ ਨਾਮ ਸਾਹਮਣੇ ਆ ਰਿਹਾ ਕਿ ਤੁਹਾਡੀ ਤੇ ਗੁਰਨਾਮ ਦੀ ਜੋੜੀ ਹੋਏਗੀ ਉਹਨਾਂ ਦੀ ਫਿਲਮ ਦੇ ਵਿੱਚ। ਹਾਂਜੀ, ਉਹ ਫਿਲਮ ਹੋ ਰਹੀ ਹੈ, ਵੀ ਜਸਟ ਰੀਸੈਂਟਲੀ ਅਨਾਉਂਸਡ, ਉਹ ਕਰਾਂਗੇ। ਤੇ ਬਾਕੀ ਹਲੇ ਮੈਂ ਕਿਹਾ ਨਾ, ਹਲੇ ਤਾਂ ਸਾਲ ਦੀ ਸ਼ੁਰੂਆਤ ਹੈ, ਕੀ ਪਤਾ ਕੀ ਹੋਊਗਾ, ਹਾਊ ਥਿੰਗਸ ਵਿਲ ਹੈਪਨ, ਨੋ ਆਈਡੀਆ। ਬਟ ਯਾ ਮੈਂ ਹਮੇਸ਼ਾ ਐਕਸਾਈਟਡ ਹਾਂ ਟੂ ਵਰਕ ਵਿਦ ਨਿਊ ਟੈਲੈਂਟ, ਤੇ I hope this year also will happen। ਤੇ ਇੱਕ ਨਾ ਮੈਂ ਸਟਾਈਲ ਦੀ ਗੱਲ ਕਰਨਾ ਚਾਹੂੰਗਾ ਸੋਨਮ, ਲਾਈਕ ਆਪਾਂ ਸਾਰੇ ਸੈਲੀਬ੍ਰਿਟੀਜ਼ ਨੂੰ ਦੇਖਦੇ ਹਾਂ ਨਾ ਕਿ ਬਹੁਤ ਸਾਰੇ ਸੈਲੀਬ੍ਰਿਟੀਜ਼ ਦੀ ਨਾ ਬੜੀ ਕੈਜੂਅਲ ਫੋਟੋਜ਼ ਆਉਂਦੀਆਂ ਨੇ, ਲੇਕਿਨ ਸੋਨਮ ਦੀ ਨਾ ਜਿਹੜੇ ਇੰਸਟਾ ਦੀਆਂ ਫੋਟੋਜ਼ ਨੇ ਬੜੀ ਇੱਕਦਮ ਟਿਚ, ਕਿ ਸੋਨਮ ਟਿਚ ਰਹਿ ਕੇ ਰਹਿੰਦੀ ਹੈ ਹਮੇਸ਼ਾ। What is this? ਨਹੀਂ ਤੁਸੀਂ ਮੈਂ ਤੇ ਬਿਨਾ ਮੇਕਅਪ ਦੇ ਵੀ ਸਟੋਰੀਜ਼ ਐਂਡ ਐਵਰੀਥਿੰਗ, not makeup, the clothing, ਕਿ ਲਾਈਕ ਤੁਹਾਡੀ ਕੈਜੂਅਲ ਕਲੋਥਿੰਗ ਦੇ ਵਿੱਚ ਇੰਨਾ ਉਹ ਹੈਗਾ ਕਿ ਸਾਰਿਆਂ ਨੇ ਕਿਹਾ ਕਿ ਇਹਨਾਂ ਦੀ ਕੈਜੂਅਲ ਕਲੋਥਿੰਗ ਵੀ ਕਿਸੇ ਫਾਰਮਲ ਕਲੋਥਿੰਗ ਤੋਂ ਬੈਟਰ ਦਿਖਦੀ ਹੈ।
ਇਟਸ ਅ ਕੰਪਲੀਮੈਂਟ। I would take it as a compliment ਕਿ ਮੈਂ casual clothing ਨੂੰ ਵੀ better ਦਿਖਾ ਦਿੰਦੀ ਆ but ਹਾਂ ਮੈਨੂੰ ਨਾ ਐਕਚੁਅਲੀ ਕੱਪੜਿਆਂ ਦਾ ਸ਼ੌਕ ਆ ਔਰ ਤੁਸੀਂ ਮੰਨੋਗੇ ਨਹੀਂ ਮੈਨੂੰ ਸਾਰੇ ਮੇਰੇ ਦੋਸਤ ਜਿਹੜੇ ਮਖੌਲ ਕਰਦੇ ਆ ਉਹੀ ਕਹਿੰਦੇ ਆ ਕਿ ਵੈਸੇ ਤੂੰ ਕਿਤੇ ਬਾਹਰ ਨਹੀਂ ਜਾਂਦੀ, ਪਹਿਲੀ ਗੱਲ ਤੇਰੇ ਕੋਲ ਟਾਈਮ ਹੈ ਨਹੀਂ, ਦੂਜਾ ਤੂੰ ਹਮੇਸ਼ਾ ਘਰ 'ਚ ਬਹਿ ਕੇ ਖੁਸ਼ ਹੈ। ਜਦੋਂ ਵੀ ਮੇਰੇ ਫਰੈਂਡਸ ਦੇ ਨਾਲ ਮੇਰਾ ਪਲਾਨ ਬਣਦਾ ਉਹ ਮੈਨੂੰ ਪੁੱਛਦੇ ਆ ਚਲੋ ਅੱਜ ਮਿਲਣਾ ਆ ਤਾਂ ਉਹ ਮੈਨੂੰ ਪੁੱਛਦੇ ਨਹੀਂ ਕਿੱਥੇ ਮਿਲਣਾ ਕਿਉਂਕਿ ਉਹਨਾਂ ਨੂੰ ਪਤਾ ਸਨਮ ਨੇ ਕਹਿਣਾ ਘਰੇ ਆ ਜਾ। ਸੋ ਆਈ ਲਵ ਬੀਇੰਗ ਐਟ ਹੋਮ ਤੇ ਜੋ ਵੀ ਕੱਪੜੇ that I keep ordering, I keep buying because I love shopping, ਉਹ ਕੀ ਹੁੰਦਾ ਜ਼ਿਆਦਾਤਰ ਇਵੈਂਟਸ 'ਚ ਪਾ ਲਈਦੇ ਆ and I love styling myself ਤੇ ਉਹ ਆਈ ਥਿੰਕ ਸ਼ੌਕ ਹੈ ਜਿੱਦਾਂ ਜੱਟਾਂ ਨੂੰ ਸ਼ੌਕ ਹੀ ਹੁੰਦਾ ਹਥਿਆਰਾਂ ਦਾ, ਕੁੜੀਆਂ ਨੂੰ ਮੁਟਿਆਰਾਂ ਨੂੰ ਸ਼ੌਕ ਹੁੰਦਾ ਕੱਪੜਿਆਂ ਦਾ। ਅਰੇ ਵਾਹ ਕੀ ਬਾਤ ਹੈ। ਕਿੰਨੇ ਪੈਸੇ ਖਰਚੇ ਜਾਂਦੇ ਨੇ ਵੈਸੇ? ਮੇਰੇ ਸਾਰੇ ਉਧਰ ਹੀ ਖਰਚ ਹੋ ਜਾਂਦੇ ਆ ਟੂ ਬੀ ਆਨੈਸਟ। ਅੱਛਾ ਲਾਈਕ ਸਭ ਤੋਂ ਮਹਿੰਗੀ ਡਰੈਸ ਕਿਹੜੀ ਖਰੀਦੀ ਲਾਸਟ ਉਹਨੇ? ਮੇਰਾ ਇਦਾਂ ਕੁਛ ਨਹੀਂ, ਮੈਂ ਮਹਿੰਗੀ ਮੂੰਗੀ ਹੈ ਕੁਛ ਵੀ ਯੂਜੂਅਲੀ ਮੈਂ ਕੀ ਕਰਦੀ ਆ ਕੱਪੜਿਆਂ 'ਚ ਬਹੁਤ ਜ਼ਿਆਦਾ ਸਪੈਂਡ ਨਹੀਂ ਕਰਦੀ। ਆਈ ਮੀਨ ਮੈਕਸਿਮਮ ਜਿਹੜਾ ਮੇਰੇ ਮੈਂ ਇਹ ਵੀ ਨਹੀਂ ਕਿ ਮੈਂ ਸਭ ਕੁਝ ਐਕਸਪੈਂਸਿਵ ਪਾਉਣੀ ਆ, ਹੋਣਗੇ ਮੇਰੇ ਕੋਲ ਇੱਕ ਦੋ ਕੱਪੜੇ sweatshirts maybe 60-70,000 each, ਉਹ ਵੀ ਦੋ ਚਾਰ ਹੀ, ਇਹ ਨਹੀਂ ਕਿ ਮੇਰੇ ਕੋਲ ਬਹੁਤ ਜ਼ਿਆਦਾ ਆ। I like to spend on bags, handbags, shoes। ਅੱਛਾ ਯਾ ਬਟ ਮੈਂ 100 ਰੁਪਏ ਦੀ ਵੀ ਚੀਜ਼ ਪਾ ਲੈਂਦੀ ਆ, ਉਹ ਸੋਹਣੀ ਦੇਖਣ 'ਚ ਸੋਹਣੀ ਲੱਗਣੀ ਚਾਹੀਦੀ ਆ, ਕੰਫਰਟੇਬਲ ਹੋਣੀ ਚਾਹੀਦੀ ਆ। ਮੈਂ 100 ਰੁਪਏ ਦੀ ਵੀ ਪਾ ਸਕਦੀ ਆ, 500 ਦੀ ਵੀ ਪਾ ਸਕਦੀ ਆ, ਮੈਨੂੰ ਕੋਈ ਇਸ਼ੂ ਨਹੀਂ ਆ ਕਿ ਮੈਂ ਸਿਰਫ ਬ੍ਰਾਂਡਸ ਪਾਉਣੇ ਆ। ਬਿਲਕੁਲ। ਤੇ ਲੇਕਿਨ ਜਿਹੜੇ ਮੁੰਡੇ ਨੇ ਖਾਸ ਕਰਕੇ ਸਾਡੇ ਮੇਲ ਐਕਟਰਸ ਜਿਹੜੇ ਹੈਗੇ ਨੇ ਉਹ ਸਾਰੇ ਬੜੇ ਆਬਸੈਸਡ ਹੈ ਬ੍ਰਾਂਡਸ। ਖਾਸ ਤੁਹਾਡੀ ਜਿੰਨੇ ਮੇਰੀ ਫਿਲਮ ਦੇ ਐਕਟਰ ਦੀ ਗੱਲ ਕਰ ਲੈਂਦੇ ਹੈ ਨਾ, ਪਰਮੇਸ਼ ਇਜ਼ ਆਬਸੈਸਡ ਵਿਦ ਬ੍ਰਾਂਡਸ ਹੈ ਨਾ। ਤੁਸੀਂ ਦੇਖਦੇ ਹੋ ਐਮੀ ਇਜ਼ ਆਬਸੈਸਡ ਵਿਦ ਬ੍ਰਾਂਡਸ ਸਮਟਾਈਮ, ਕਿਉਂਕਿ ਮੈਂ ਐਮੀ ਨੂੰ ਲਾਸਟ ਟਾਈਮ ਦੇਖਿਆ ਸੀ, ਮੈਨੂੰ ਕਿਹਾ ਸੀ ਉਹਨੇ ਪਲੇਨ ਬਲੈਕ ਹੁੱਡੀ ਪਾਈ, ਮੈਂ ਜਦ ਨਾ ਪੜਿਆ ਮੈਂ 65,000 ਵਾਲੀ ਪਾਈ ਹੋਈ ਆ। ਅੱਛਾ ਹੀ ਵਾਸ ਵੇਅਰਿੰਗ ਬੈਲੈਂਸੀਆਗਾ ਆਈ ਗੈਸ। ਹਾਂ ਤਾਂ ਫਿਰ ਲਾਈਕ ਡੂ ਯੂ ਥਿੰਕ ਇਹ ਆਬਸੈਸ਼ਨ ਮੁੰਡਿਆਂ ਦੇ ਵਿੱਚ ਜ਼ਿਆਦਾ ਆ ਜਿਹੜਾ ਬ੍ਰਾਂਡਸ ਦਾ? ਮੇਬੀ ਆਈ ਡੋਨਟ ਨੋ, ਜਾਂ ਫਿਰ ਕਿਉਂਕਿ ਕਦੇ ਜਿੱਦਾਂ ਹੁਣ ਮੁੰਡਿਆਂ ਦੀ ਜਿਹੜੇ ਕੱਪੜੇ ਆ ਨਾ, ਮੈਨੂੰ ਇਹ ਲੱਗਦਾ ਹੈ ਕਿ ਅਗਰ 10 ਬ੍ਰਾਂਡ ਹੈ ਤਾਂ ਕੁੜੀਆਂ ਦੇ ਲਈ ਨਾ ਬੁਟੀਕ ਮਤਲਬ ਕੁੜੀਆਂ ਦੇ ਲਈ 40 ਬ੍ਰਾਂਡਸ ਆ। ਸੋ ਦ ਰੇਂਜ ਇਜ਼ ਸੋ ਵਾਈਡ ਫॉर ਗਰਲਸ ਕਿ ਪਤਾ ਨਹੀਂ। ਆਈ ਮੀਨ ਮੁੰਡਿਆਂ ਲਈ ਜੇ ਤੁਸੀਂ ਲਗਜ਼ਰੀ ਬ੍ਰਾਂਡਸ ਦੀ ਗੱਲ ਕਰੋ, ਗੁੱਚੀ, ਬਰਬਰੀ, ਮੇਬੀ ਲੂਈ ਵਿਟਨ, ਆ ਸਭ ਮਤਲਬ 10-15 ਰੀਅਲੀ ਹਾਈ ਐਂਡ ਬ੍ਰਾਂਡਸ। ਕੁੜੀਆਂ ਲਈ ਬਹੁਤ ਜ਼ਿਆਦਾ ਰੇਂਜ ਆ ਔਰ ਕੁੜੀਆਂ ਦੇ ਕੱਪੜਿਆਂ 'ਚ ਦੇਖੋ ਹੁਣ ਕੁੜੀਆਂ ਦੇ ਟੌਪ ਦੇ ਉੱਤੇ ਜਾਂ ਡਰੈਸ ਦੇ ਉੱਪਰ ਤੇ ਗੁੱਚੀ ਨਹੀਂ ਲਿਖਿਆ ਹੋਊਗਾ ਨਾ, ਐਂਡ ਕੁੜੀਆਂ ਦਾ ਆਈ ਥਿੰਕ ਨੈਚੁਰਲੀ ਜਿਹੜੇ ਕੱਪੜੇ ਆਉਂਦੇ ਇਟਸ ਮੋਰ ਐਲੀਗੈਂਟ, ਸੈਕਸੀ, ਉਹਦੇ 'ਚ ਲੇਬਲਸ ਆਰ ਨਾਟ ਆਊਟ देयर। ਮੁੰਡਿਆਂ ਦੇ ਹੁਣ ਹੁਡੀਜ਼ ਦੇ ਉੱਪਰ, ਟੀ-ਸ਼ਰਟਸ ਦੇ ਉੱਪਰ ਸਭ ਕੁਝ ਜ਼ਿਆਦਾ ਲਿਖਿਆ ਹੁੰਦਾ। ਆਈ ਥਿੰਕ ਇਸ ਕਰਕੇ ਇਟ ਕਮਸ ਅਕ੍ਰੋਸ ਲਾਈਕ ਦੈਟ, ਬਟ ਬਾਕੀ ਆਈ ਥਿੰਕ ਇਟਸ ਵੈਰੀ ਇੰਡੀਵਿਜੂਅਲ। ਆਈ ਥਿੰਕ ਮੈਨੂੰ ਲੱਗਦਾ ਪੰਜਾਬ 'ਚ ਪਹਿਲੀ ਬ੍ਰਾਂਡਡ ਚੀਜ਼ ਜਿਹੜੀ ਖਰੀਦੀ ਸੀ ਐਂਡ ਜਸਟ ਕੇਮ ਟੂ ਮਾਈ ਬ੍ਰਾਂਡਡ ਤਾਂ ਮੈਨੂੰ ਯਾਦ ਨਹੀਂ ਆ। ਮੈਨੂੰ ਇਹ ਯਾਦ ਆ ਕਿ ਜਦੋਂ ਮੈਂ ਸਕੂਲ ਫਿਨਿਸ਼ ਕੀਤਾ, ਜਦੋਂ ਮੈਂ ਕਾਲਜ ਆਈ, ਮੈਂ ਪੈਸੇ ਸੇਵ ਕੀਤੇ ਟੂ ਬਾਈ ਸਮਥਿੰਗ ਫਰਮ Zara because at that time ਮੈਂ Zara ਵੀ ਨਹੀਂ ਸੀ ਖਰੀਦੀ because ਮੰਮੀ ਡੈਡੀ ਮੈਨੂੰ ਇੱਕ ਲਿਮਿਟਡ ਪਾਕਟ ਮਨੀ ਦਿੰਦੇ ਸੀ ਤੇ ਮੇਰੇ ਭਰਾ ਨੂੰ ਤੇ ਮੈਨੂੰ ਸੇਮ ਪੈਸੇ ਮਿਲਦੇ ਸੀ ਤੇ ਜਿਹਦਾ ਜੋ ਤੁਸੀਂ ਕਰਨਾ ਉਹ 'ਚ ਕਰੋ। ਸੋ ਮੇਰੇ ਭਰਾ ਜਾ ਕੇ ਰੈਸਟੋਰੈਂਟਸ, ਮੂਵੀਜ਼ ਇਹਦੇ 'ਚ ਖਰਚ ਕਰ ਦਿੰਦਾ ਹੁੰਦਾ ਸੀ, ਮੈਂ ਸੇਵ ਕਰਕੇ ਕੱਪੜਿਆਂ 'ਚ ਖਰਚ ਕਰਦੀ ਹੁੰਦੀ ਸੀ। ਸੋ ਆਈ ਥਿੰਕ ਫਰਸਟ ਟਾਈਮ ਜਿਹਦਾ ਮੈਨੂੰ ਬਹੁਤ ਐਕਸਾਈਟਮੈਂਟ ਆ ਆਈ ਬੌਟ ਵਾਸ Zara। ਉਹ ਪਹਿਲੀ ਮਹਿੰਗੀ ਚੀਜ਼ ਜਿਹੜੀ ਤੁਸੀਂ ਖਰੀਦੀ? ਹਾਂ ਮੇਰੇ ਲਈ ਬਹੁਤ, ਆਈ ਥਿੰਕ 3-3,500 ਦੀ ਕੁਝ ਡਰੈਸ ਸੀਗੀ। ਆਈ ਰੀਅਲੀ ਸੇਵਡ money for that. Please sometime remember that time ਜਦ ਕਿ ਪੁਰਾਣਾ ਟਾਈਮ ਸੀ ਜਦ 3,500 ਸੋਚਣਾ ਪੈਂਦਾ ਸੀ, ਅੱਜ ਸ਼ਾਇਦ 30,000 ਵੀ ਨਹੀਂ ਸੋਚਦੀ। ਨਹੀਂ ਡੈਫੀਨਿਟਲੀ ਮੈਂ ਤਾਂ ਆਏ ਦੇਣ, ਇਹ ਨਹੀਂ ਕਿ ਸਿਰਫ ਕੈਮਰਾ ਤੇ, ਆਈ ਟਾਕ ਟੂ ਮਾਈ ਫਰੈਂਡਸ, ਮੈਂ ਉਹਨਾਂ ਨਾਲ ਵੀ ਗੱਲ ਕਰਦੀ ਹਾਂ ਕਿ ਮੈਂ ਪਰਸਨਲੀ ਵੀ ਦਿੱਲੀ 'ਚ ਜਦੋਂ ਮੈਂ ਰਹੀ ਹਾਂ, ਮਤਲਬ ਇੰਨੀ ਵੀ ਨਹੀਂ ਸੀ ਲਗਜ਼ਰੀ ਹੁੰਦੀ ਕਿ ਅਸੀਂ ਆਟੋ ਤੇ ਟਰੈਵਲ ਕਰੀਏ। ਆਈ ਹੈਡ ਵੈਰੀ ਲਿਮਿਟਡ ਪਾਕਟ ਮਨੀ, ਮੈਂ ਬੱਸ 'ਚ ਟਰੈਵਲ ਕਰਦੀ ਸੀ ਔਰ ਇਸ ਵੈਸੇ ਵੀ ਮੈਂ ਬਾਹਰ ਜਾਣਾ ਪਸੰਦ ਨਹੀਂ ਕਰਦੀ ਕਿਉਂਕਿ ਬੱਸ ਤੇ ਜਾਣਾ ਪੈਣਾ ਆ ਤਾਂ ਮੈਂ ਬਿਲਕੁਲ ਹੀ ਬਾਹਰ ਨਹੀਂ ਸੀ ਨਿਕਲਦੀ। ਲਾਈਕ ਜਿੱਥੇ ਸਿਰਫ ਜਾਣਾ ਹੈ ਇਟਸ ਵੈਰੀ ਇੰਪੋਰਟੈਂਟ, ਮੈਂ ਸਿਰਫ ਉੱਥੇ ਹੀ ਜਾਂਦੀ ਸੀ। ਤੇ ਆਈ ਰਿਮੈਂਬਰ ਮਤਲਬ ਲਾਈਫ ਹੈਜ਼ ਗੋਡ ਹੈਜ਼ ਟਰਨਡ ਮਾਈ ਲਾਈਫ 180 ਡਿਗਰੀਜ਼ ਤੇ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਦਿਲੋਂ। ਜੋ ਚੀਜ਼ ਕਦੇ ਦਿਮਾਗ 'ਚ ਇੱਕ ਇਮੈਜਿਨੇਸ਼ਨ ਕਰਕੇ ਵੀ ਨਹੀਂ ਆਇਆ ਉਹ ਹੋ ਰਿਹਾ ਹੈ ਲਾਈਫ ਦੇ ਵਿੱਚ। ਤੇ
ਮੈਂ ਬੱਸਸ 'ਚ ਮੈਂ ਸ਼ੇਅਰਿੰਗ ਆਟੋਸ 'ਚ ਵੀ ਗਈ ਹੋਈ ਆ ਐਂਡ ਯੂ نو ਆਈ ਕੈਨ ਰਿਲੇਟ ਟੂ ਦੋਜ਼ ਗਰਲਸ ਹੂ ਕਵਰ देयर ਫੁੱਲ ਫੇਸਿਸ ਐਂਡ ਸਿਟ ਇਨ ਦੋਜ਼ ਓਪਨ ਸ਼ੇਅਰਿੰਗ ਆਟੋਸ ਬਿਕਾਜ਼ ਮੈਂ ਇੱਕ ਦੋ ਵਾਰ ਉਹਦੇ 'ਚ ਵੀ ਬੈਠੀ ਹੋਈ ਆ ਐਂਡ ਆਲ ਮਾਈ ਚਾਈਲਡਹੁੱਡ ਆਈਵ ਟਰੈਵਲਡ ਇਨ ਪਬਲਿਕ ਟਰਾਂਸਪੋਰਟ ਬੱਸਾਂ ਦੇ ਵਿੱਚ ਫਰਸਟ ਟਾਈਮ ਮੇਰੇ ਪਾਪਾ ਨੇ ਕਾਰ ਖਰੀਦੀ ਸੀ ਮਾਰੂਤੀ 800 ਮੈਨੂੰ ਉਹਦਾ ਵਿਜ਼ਨ ਵੀ ਯਾਦ ਹੈ ਜਦੋਂ ਪਾਪਾ ਲੈ ਕੇ ਆ ਰਹੇ ਸੀ ਵੀ ਵਰ ਆਲ ਸੋ ਐਕਸਾਈਟਿਡ ਤੇ I think, yeah, those things have kept me humble and I really want to be grounded. Never want the money or anything else ki mere sir te kadi aave. Te I'm very thankful. ਤੇ ਲਾਈਕ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਵੀ ਅਗਰ ਆਪਾਂ ਦੇਖੀਏ ਜਿਸ ਤਰ੍ਹਾਂ ਨਾਲ ਤੁਹਾਡਾ ਐਕਟਿੰਗ ਵਾਜ ਜੋ ਗਰੋਥ ਹੋਇਆ ਹਰ ਚੀਜ਼ ਦੇ ਵਿੱਚ ਗਰੋਥ ਹੈ ਉਹ ਬਹੁਤ ਕਾਬਿਲੇ ਤਾਰੀਫ ਹੈ ਇਸੇ ਕਰਕੇ ਲੋਕ ਤੁਹਾਡੀ ਜਿਹੜੀ ਇਸ ਫਿਲਮ ਆ ਰਹੀ ਜਿੰਦੇ ਮੇਰੀ ਉਹਦੇ ਵਾਸਤੇ ਬਹੁਤ ਐਕਸਾਈਟਿਡ ਨੇ ਹੈ ਨਾ ਇਹ ਐਕਸਾਈਟਮੈਂਟ ਦੇ ਨਾਲ ਨਾਲ ਵੱਧਦੇ ਉਹ ਪਲ ਚੇਂਜ ਹੋਇਆ ਜਦ ਵੈਨਿਟੀ ਤੋਂ ਨਿਕਲ ਕੇ ਸ਼ਾਟ ਦੇਣ ਜਾਣਾ ਹੁੰਦਾ ਹੈ ਦਿਮਾਗ ਦੇ ਵਿੱਚ ਕਿ ਹੁਣ ਮੈਂ ਸੋਨਮ ਬਾਜਵਾ ਹੋ ਨਹੀਂ ਨਹੀਂ ਮੈਨੂੰ ਤਾਂ ਹਲੇ ਵੀ ਬਹੁਤ ਡਰ ਲੱਗਦਾ ਆ ਐਂਡ ਆਈ ਗੈਟ ਨਰਵਸ ਤੇ ਜਦੋਂ ਮੈਂ ਕਦੇ ਕਦੇ ਸੀਨ ਹੁਣ ਵੀ ਪਰਫਾਰਮ ਕਰ ਦਿੰਦੀ ਆ ਮੇਰੇ ਦਿਮਾਗ 'ਚ ਆਹੀ ਰਹਿੰਦਾ ਕਿ ਯਾਰ ਮੈਂ ਇਦਾਂ ਕਿਉਂ ਕੀਤਾ ਮੈਨੂੰ ਫਿਰ ਇਦਾਂ ਕਰਨਾ ਚਾਹੀਦਾ ਸੀ ਇਦਾਂ ਦਾ ਸੋ ਮੈਨੂੰ ਹਲੇ ਵੀ ਨਹੀਂ ਲੱਗਦਾ ਕਿ ਮੈਨੂੰ ਕੁਝ ਆਉਂਦਾ ਆ ਆਈ ਫੀਲ ਲਾਈਕ ਕਿ ਯਾਰ ਮੈਂ ਹੋਰ ਕਿਵੇਂ ਕਰਾਂ ਮੈਂ ਜਿੱਦਾਂ ਹੁਣ ਆਈ ਵਾਸ ਟਾਕਿੰਗ ਟੂ ਦੀਪਿਕਾ ਫॉर ਐਨ ਇੰਟਰਵਿਊ ਮੈਂ ਉਹਨਾਂ ਨੂੰ ਵੀ ਇਹੀ ਪੁੱਛਿਆ ਕਿ ਡੂ ਯੂ ਫੀਲ ਨਰਵਸ ਜਦੋਂ ਤੁਸੀਂ ਪਰਫਾਰਮ ਕਰਦੇ ਹੋ ਜਾਂ ਤੁਹਾਨੂੰ ਸੀਨ ਕਰਨ ਤੋਂ ਬਾਅਦ ਇਦਾਂ ਲੱਗਦਾ ਕਿ ਤੁਸੀਂ ਇਹਨੂੰ ਹੋਰ ਬੈਟਰ ਕਰ ਸਕਦੇ ਐਂਡ ਇਵਨ ਸ਼ੀ ਸੈਡ ਦੈਟ ਯੈਸ ਆਲ ਦ ਟਾਈਮ ਸੋ ਪਹਿਲਾਂ ਮੈਨੂੰ ਮੈਂ ਦਿਲਜੀਤ ਨੂੰ ਮਿਲੀ ਸੀ ਰੀਸੈਂਟਲੀ ਉਹਨੂੰ ਵੀ ਮੈਂ ਇਹੀ ਸਵਾਲ ਪੁੱਛਿਆ ਬਿਕਾਜ਼ ਮੇਰੇ ਨਾਲ ਇੰਨਾ ਜ਼ਿਆਦਾ ਹੁੰਦਾ ਆ ਕਿ ਮੈਨੂੰ ਇਹ ਲੱਗਦਾ ਕਿ ਯਾਰ ਇਹ ਮੇਰੇ ਨਾਲ ਹੀ ਹੋ ਰਿਹਾ ਕੀ ਗੱਲ ਯੂ نو ਆਲ ਦ ਟਾਈਮ ਆਈ ਫੀਲ ਲਾਈਕ ਕਿ ਆਈ ਕੁਡ ਹੈਵ ਡਨ ਦਿਸ ਆਈ ਕੁਡ ਹੈਵ ਡਨ ਦੈਟ ਬਟ ਆਈ ਥਿੰਕ ਇਟਸ ਵਿਦ ਐਵਰੀਬਡੀ ਸੋ ਆਈ ਸਟਿਲ ਫੀਲ ਨਰਵਸ ਫਰਸਟ ਡੇ ਆਫ ਐਨੀ ਫਿਲਮ ਆਈ ਫੀਲ ਨਰਵਸ ਜਦੋਂ ਦੂਜੀ ਫਿਲਮ ਸਾਈਨ ਕਰਦੀ ਹਾਂ ਉਦੋਂ ਵੀ ਮੇਰੇ ਮਾਈਂਡ 'ਚ ਕੌਨਸਟੈਂਟਲੀ ਚੱਲ ਰਿਹਾ ਹੁੰਦਾ ਕਿ ਅੱਛਾ ਹੁਣ ਇਹ ਫਿਲਮ ਆ ਉਹਦਾ ਕਿਰਦਾਰ ਇੱਦਾਂ ਦਾ ਹੈਗਾ ਆ ਓਕੇ ਵਾਟ ਕੈਨ ਵੀ ਡੂ ਡਿਫਰੈਂਟ ਦਿਸ ਟਾਈਮ ਹਾਊ ਕੈਨ ਆਈ ਲੁੱਕ ਡਿਫਰੈਂਟ ਹਾਊ ਕੈਨ ਆਈ ਬਿਕਾਜ਼ ਆਈ ਬਿਲੀਵ ਜੇ ਇਫ ਯੂ ਲੁੱਕ ਡਿਫਰੈਂਟ ਦੈਨ 40% ਕੰਮ ਹੋ ਜਾਂਦਾ ਹੈ ਹਾਂ ਕਿ 40% ਬੰਦਾ ਲੁੱਕ ਵਾਈਜ਼ ਥੋੜਾ ਜਿਹਾ ਡਿਫਰੈਂਟ ਜਿਹਾ ਫੀਲ ਆ ਜਾਂਦਾ ਹੈ ਹਾਂ ਸੋ ਫਿਰ ਦੈਨ ਆਈ ਸਟਾਰਟ ਥਿੰਕਿੰਗ ਅਬਾਊਟ ਕਿ ਆਪਾਂ ਇਹਨੂੰ ਹੋਰ ਕਿੱਦਾਂ ਬੈਟਰ ਕਰੀਏ ਕੀ ਇਹਦੇ ਕੈਰੈਕਟਰ ਚ ਇੰਟਰੋਡਿਊਸ ਕਰੀਏ ਹਾਊ ਇਜ਼ ਸ਼ੀ ਸੋ ਦੈਟ ਪ੍ਰੋਸੈਸ ਇਜ਼ ਆਲ ਦ ਟਾਈਮ ਔਨ ਤੇ ਮੈਂ ਹਲੇ ਵੀ ਆਈ ਫੀਲ nervous, I feel excited, I feel scared before every release. ਉਹ ਤਾਂ ਹੈਗਾ ਹੀ ਆ ਬਿਲਕੁਲ ਤੇ ਹੁਣ ਜਿਹੜੀ ਨਰਵਸਨੈਸ ਹੈਗੀ ਹੈ ਕਿਤੇ ਨਾ ਕਿਤੇ ਕਹਿੰਦੇ ਨਾ ਥੋੜੀ ਬਹੁਤ ਗਾਣੇ ਤੇ ਜਿਸ ਤਰ੍ਹਾਂ ਨਾਲ ਰਿਸਪੌਂਸ ਆਉਂਦਾ ਉਹਦੇ ਨਾਲ ਖਤਮ ਹੋ ਜਾਂਦੀ ਹੈ ਬਟ ਇੱਕ ਚੀਜ਼ ਹੁਣ ਮੈਂ ਉਹੀ ਕਹਿਣਾ ਇੱਕ ਚੰਗਾ ਮੁਕਾਮ ਹਾਸਲ ਕੀਤਾ ਪੰਜਾਬੀ ਇੰਡਸਟਰੀ ਦੇ ਵਿੱਚ ਹੈ ਨਾ ਤਾਂ ਹਰ ਕੋਈ ਕਹਿੰਦਾ ਕਿ ਹੁਣ ਤੁਹਾਡਾ ਵੈਂਚਰ ਬਾਲੀਵੁੱਡ ਵੱਲ ਹੋ ਰਿਹਾ ਹੈ ਪਿਛਲੇ ਸਾਲ ਗਾਣਾ ਆਇਆ ਹੁਣ ਤੁਸੀਂ ਇੱਕ ਹੋਰ ਗਾਣਾ ਤੁਹਾਡਾ ਸਟਰੀਟ ਡਾਂਸਰ ਦੇ ਵਿੱਚ ਵੀ ਆ ਰਿਹਾ ਤੇ ਜਦ ਆਪਾਂ ਮੂਵ ਕਰਦੇ ਹਾਂ ਇੱਕ ਆਪਣੀ ਐਸਟੈਬਲਿਸ਼ਡ ਪੋਜੀਸ਼ਨ ਤੋਂ ਇੱਕ ਨਵੀਂ ਇੰਡਸਟਰੀ ਜਿੱਥੇ ਆਲਰੇਡੀ ਆਪਣੀ ਲੈਵਲ ਦੇ ਫੰਨੇ ਖਾਂ ਬੈਠੇ ਨੇ ਨਵੀਂ ਸ਼ੁਰੂਆਤ ਲੱਗਦੀ ਹੈ ਬਹੁਤ ਡਰ ਲੱਗਦਾ ਹੈ ਮੈਨੂੰ ਤਾਂ ਨਵੀਂ ਦੇਖੋ ਇੱਥੇ ਕੀ ਆ ਜਿੱਦਾਂ ਆਪਣੇ ਐਕਟਰਸ ਆ ਕੋਰੀਓਗ੍ਰਾਫਰਸ ਆ ਡਾਇਰੈਕਟਰਸ ਆ ਹੁਣ ਛੋਟੀ ਜਿਹੀ ਆਪਣੀ ਇੰਡਸਟਰੀ ਸਭ ਆਪਸ ਵਿੱਚ ਜਾਣਦੇ ਆ ਜੇ ਨਹੀਂ ਵੀ ਕਿਸੇ ਨਾਲ ਕੰਮ ਕੀਤਾ ਆਪਾਂ ਗੱਲਾਂ ਬਾਤ ਮਤਲਬ ਕਦੀ ਗੱਲਬਾਤ ਹੋਈ ਆ ਫॉर मी ਕਿਉਂਕਿ ਮੈਂ ਥੋੜੀ ਜਿਹੀ ਇੰਟਰੋਵਰਟ ਆ ਮੈਂ ਘੱਟ ਬੋਲਦੀ ਆ ਸੋ ਮੇਰੇ ਲਈ ਪਹਿਲੀ ਵਾਰ ਵੈਸੇ ਵੀ ਕਿਸੇ ਨਾਲ ਜਾ ਕੇ ਬਹੁਤ ਜ਼ਿਆਦਾ ਘੁਲਣਾ ਮਿਲਣਾ ਇਜ਼ ਅ ਲਿਟਲ ਡਿਫਿਕਲਟ ਤੇ ਉੱਥੇ ਮੈਂ ਇਸ ਕਰਕੇ ਨਰਵਸ ਸੀਗੀ ਬਿਕਾਜ਼ ਮੈਂ ਲੋਕਾਂ ਦੇ ਨਾਲ ਨਾ ਥੋੜਾ ਆਈ ਟੇਕ ਟਾਈਮ ਟੂ ਓਪਨ ਅਪ ਵਿਦ ਪੀਪਲ ਸੋ ਸਭ ਲੋਕ ਮੇਰੇ ਲਈ ਨਵੇਂ ਸੀ ਮੈਂ ਕਿਸੇ ਨੂੰ ਵੀ ਨਹੀਂ ਸੀ ਜਾਣਦੀ ਸੋ ਆਈ ਥਿੰਕ ਯਾ ਉਹ ਮੇਰੇ ਅੰਦਰ ਝਿਜਕ ਸੀਗੀ ਬਿਫੋਰ ਆਈ ਵੈਂਟ ਔਨ ਸੈਟ ਬਟ ਆਈ ਥਿੰਕ ਮੈਂ ਐਕਸਾਈਟਿਡ ਸੀ ਮੈਂ ਅਬਜ਼ਰਵ ਕਰ ਰਹੀ ਸੀ ਕਿ ਯਾਰ ਉਹ ਪ੍ਰੋਸੈਸ ਕਿਵੇਂ ਆ ਕਿਵੇਂ ਸ਼ੂਟ ਕਰਦੇ ਬਿਕਾਜ਼ ਉਹਨਾਂ ਦੇ ਬਜਟਸ ਬਹੁਤ ਵੱਡੇ ਆ ਐਂਡ ਆਲ ਆਫ ਦੈਟ ਬਟ ਹਲੇ ਮੈਨੂੰ ਇਹ ਲੱਗਦਾ ਕਿ ਮੈਂ ਤਾਂ ਸਿਰਫ ਇੱਕ ਗਾਣਾ ਹੀ ਕੀਤਾ ਆ ਮੇਰੀ ਤਾਂ ਹਲੇ ਸ਼ੁਰੂਆਤ ਵੀ ਨਹੀਂ ਹੋਈ ਉੱਥੇ ਬਟ ਵੈਨੇਵਰ ਦੈਟ ਹੈਪਨਸ ਲੈਟਸ ਸੀ ਬਟ ਆਈ ਐਮ ਵੈਰੀ ਪ੍ਰਾਊਡ ਦੈਟ ਜਦੋਂ ਵੀ ਮੈਂ ਉੱਥੇ ਜਾਊਂਗੀ ਪੀਪਲ ਵਿਲ ਨੋ ਮੀ ਐਜ਼ ਸੋਨਮ ਬਾਜਵਾ ਪੰਜਾਬੀ ਫਿਲਮ ਸਟਾਰ and that's such a blessing ਔਰ ਤੁਹਾਡੇ ਜਿਹੜੇ ਕੋ-ਸਟਾਰਸ ਹੈਗੇ ਨੇ ਬਾਲੀਵੁੱਡ ਵਾਲੇ ਉਹਨਾਂ ਨੇ ਵੀ ਸਪੈਸ਼ਲੀ ਵਰੁਣ ਰੀਸੈਂਟਲੀ ਆਏ ਸੀਗੇ ਵਰੁਣ ਨੇ ਸਪੈਸ਼ਲੀ ਕਿਹਾ ਕਿ ਸੋਨਮ ਦੀ ਫਿਲਮ ਆ ਰਹੀ ਹੈ ਤੁਸੀਂ ਸਵਾਗਤ ਕੀਤਾ ਉਹਨਾਂ ਦਾ ਪੰਜਾਬ ਚ ਬਿਲਕੁਲ ਕੀਤਾ ਮੈਂ ਤੁਹਾਨੂੰ ਦੱਸਿਆ ਵੀ ਗਈ ਕਿਉਂਕਿ ਵਰੁਣ ਨੇ ਸਾਫ਼ ਆ ਕੇ ਕਿਹਾ ਤੁਹਾਡੀ ਤਾਰੀਫ ਕੀਤੀ ਮੇਰੇ ਖਿਆਲ ਨਾਲ ਉੱਥੇ ਵੀ ਜਿਹੜੀ ਤੁਹਾਡੀ ਜਿਹੜਾ ਕਨੈਕਸ਼ਨ ਹੈਗਾ ਉਹ ਵੀ ਬਹੁਤ ਸਾਰੇ ਨਾਲ ਜੁੜੇ ਹੋਏ ਨੇ ਤੁਹਾਡੀ ਲਾਈਕ ਕੁਝ ਵੀ ਆਉਂਦਾ ਉਹ ਸ਼ੇਅਰ ਕਰਦੇ ਨੇ ਹਮੇਸ਼ਾ ਪ੍ਰਮੋਟ ਕਰਦੇ ਨੇ ਇਸ ਵਾਰ ਵੀ ਉਹਨਾਂ ਨੇ ਜਿੰਦੇ ਮੇਰੀ ਦਾ ਵੀ ਜ਼ਿਕਰ ਕੀਤਾ ਸੀਗਾ ਉਹਨਾਂ ਨੇ ਤਾਂ he is very kind and all the best to
Varun and Shraddha and Nora for their film ਤੇ same day unfortunately clash ਕਰ ਰਹੀ ਆ ਹੁਣ ਫਿਲਮਾਂ ਇੰਨੀਆਂ ਬਣ ਰਹੀਆਂ ਹੈ I think ਕਦੇ ਨਾ ਕਦੇ ਕਿਸੇ ਨਾ ਕਿਸੇ ਦੀ ਫਿਲਮ clash ਹੋਗੀ but I wish them luck ਰਾਈਟ ਤੇ ਹੁਣ ਸਾਲ 2000 ਅਗਰ ਮੈਂ 20 ਦੀ ਗੱਲ ਕਰਾਂ ਜਿੰਨੇ ਮੇਰੀ ਇਹ ਤੋਂ ਸ਼ੁਰੂਆਤ ਹੋ ਰਹੀ ਹੈ ਐਂਡ ਵੀ ਨੋ ਕਿ ਇਟ ਵਿਲ ਡੈਫੀਨਿਟਲੀ ਡੂ ਵੈਲ ਤੇ ਉਸ ਤੋਂ ਬਾਅਦ ਕੀ ਪਲੈਨਿੰਗ ਹੈਗੀ ਹੈ ਹੁਣ ਕੀ ਕੁ ਜਾਏਗਾ ਉਸ ਤੋਂ ਬਾਅਦ ਨੈਕਸਟ ਰਿਲੀਜ਼ ਪੁਆੜਾ ਹੋਗੀ ਜੋ ਐਮੀ ਵਿਰਕ ਦੇ ਨਾਲ ਹੈ ਫਿਰ ਵੀ ਡੋਨਟ ਨੋ ਫਿਰ ਇੱਕ ਫਿਲਮ 4 ਸਤੰਬਰ ਨੂੰ ਹੋਗੀ ਵਿੱਚ ਦੇਖਦੇ ਹਾਂ देयर इज अ लॉट ऑफ प्लानिंग ऑन अ कपल ऑफ स्क्रिप्ट्स ਜਿਹੜੀ ਇੱਕ ਮੇਰੀ ਵੀ ਆ ਤੇ ਹਲੇ ਲੈਟਸ ਸੀ ਕੋਈ ਪਾਰਟਿਕੂਲਰ ਕੈਰੈਕਟਰ ਹੈਗਾ ਜਿਹਦੇ ਵਾਸਤੇ ਐਕਸਾਈਟਡ ਹੋ ਇਸ ਸਾਲ ਹਾਂ ਜਿਹੜੀ ਫਿਲਹਾਲ ਜਿਹੜੀ ਗੁਰਨਾਮ ਵਾਲੀ ਵੀ ਫਿਲਮ ਕਰ ਰਹੀ ਹਾਂ ਉਹਦੇ 'ਚ ਵੀ ਮੈਂ ਐਕਸਾਈਟਡ ਹਾਂ ज्यादा गल नहीं करूंगी नहीं तो माय डायरेक्टर बट जो मेरी फिल्म है जिहदी मैं गल जो मेरी फिल्म मैं जो प्रोड्यूस करूंगी वो मैनू ओदे लई मैं बहुत ज्यादा एक्साइटेड है बिकॉज ऑडियंस ने मैनू कदे उदा दे किरदार च नहीं देखा एंड आई थिंक मैनू ही नहीं किसी भी पंजाबी फिल्म एक्ट्रेस नू नहीं देखा होना सो आई एम वेरी एक्साइटेड फॉर दैट बट ओदे लई बस छोटा सरप्राइज ये है कि आई विल हैव टू टेक म्यूजिक लेसन्स फॉर दैट सो वो मैं जरूर जल्दी करना शुरू करूंगी लेट्स डू इट नाउ म्यूजिक लेसन ले नहीं है हले नहीं मैं कह रहा ना गाओ बेटा नहीं बिकॉज़ वो सिंगर्स ਦਾ ਕੰਮ ਹੈ ਮੈਂ ਤਾਂ ਹਲੇ ਲੈਸਨ ਲੈਣ ਜਾਊਂਗੀ ਫਿਰ ਗਾਉਂਗੀ ਜਿਹੜਾ ਐਡਾ ਵੱਡਾ ਹੁੱਕ ਛੱਡੇ ਨਾ ਅੱਜ ਸੋਨਮ ਨੇ ਮੈਂ ਕਹਿ ਸਕਦਾ ਫੈਂਟਾਸਟਿਕ ਹੈਗਾ ਹੈ ਤੇ ਆਈ ਐਮ ਵੈਰੀ ਐਕਸਾਈਟਡ ਤੇ ਮੈਂ ਉਸ ਲੁੱਕ ਵਾਸਤੇ ਜ਼ਿਆਦਾ ਐਕਸਾਈਟਡ ਹਾਂ ਕਿ ਸੋਨਮ ਇਸ ਵਾਰ ਕਿਹੜੀ ਕਾਰਡ ਕੱਢੇਗੀ ਹਾਂ ਲੈਟਸ ਸੀ ਹਲੇ ਮੈਨੂੰ ਵੀ ਮੋਰ ਦੈਨ ਦ ਲੁੱਕ ਆਈ ਥਿੰਕ ਦ ਫਰਸਟ ਰਿਕੁਆਇਰਮੈਂਟ ਫॉर ਮੀ ਫॉर दैट ਫਿਲਮ ਇਜ਼ ਕਿ ਮੈਂ ਥੋੜੀ ਜੀ ਸਿੰਗਿੰਗ ਦੀ ਕਲਾਸਿਸ ਲਾਂ to keep guessing ki classes क्यों लवा as a singer for a singer so wish you all the best sonam जिन्ने मेरी ਲਈ ਤੇ 2020 ਦੇ ਲਈ ਇਸ ਗੱਲ ਕਰਕੇ ਬਹੁਤ ਚੰਗਾ ਲੱਗਿਆ ਤੇ ਉਮੀਦ ਕਰਦੇ ਹਾਂ ਕਿ ਇਸ ਸਾਲ ਬਹੁਤ ਸਾਰਾ ਪਿਆਰ ਤੁਹਾਨੂੰ ਦਰਸ਼ਕਾਂ ਵੱਲੋਂ ਮਿਲੇ ਤੇ ਆਪਾਂ ਫਿਰ ਮੁਲਾਕਾਤਾਂ ਕਰਦੇ ਰਹੀਏ ਰਾਈਟ ਜੀ ਥੈਂਕ ਯੂ ਸੋ ਮਚ